ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਸਰਦਾਰ ਹਰਨੇਕ ਸਿੰਘ ਨਿਊਜ਼ੀਲੈਂਡ ਵਾਲਿਆਂ ਦੇ ਉੱਤੇ ਜੋ ਜਾਨਲੇਵਾ ਹਮਲਾ ਹੋਇਆ, ਉਸ ਹਮਲੇ ਦੀ ਖਬਰ ਜਿਸ ਵੇਲੇ ਸੁਣਨ ਦੇ ਵਿੱਚ ਆਈ ਤਾਂ ਸੁਣ ਕੇ ਮਨ ਨੂੰ ਕੋਈ ਬਹੁਤ ਜ਼ਿਆਦਾ ਹੈਰਾਨੀ ਨਹੀਂ ਹੋਈ, ਕਿਉਂਕਿ ਇਸ ਤਰੀਕੇ ਦੇ ਹਮਲੇ ਦੀ ਸੰਭਾਵਨਾ ਕਾਫੀ ਲੰਬੇ ਸਮੇਂ ਤੋਂ ਬਣੀ ਹੋਈ ਸੀ ਅਤੇ ਸ਼ਾਇਦ ਭਾਈ ਹਰਨੇਕ ਸਿੰਘ ਖੁਦ ਆਪ ਵੀ ਇਸ ਤਰੀਕੇ ਦੇ ਹਮਲੇ ਦਾ ਸਾਹਮਣਾ ਕਰਨ ਵਾਸਤੇ ਤਿਆਰ ਸਨ। ਇਸ ਹਮਲੇ ਤੋਂ ਬਾਅਦ ਜਿਹੋ ਜਿਹਾ ਪ੍ਰਤੀਕਰਮ ਲੋਕਾਂ ਵੱਲੋਂ ਆਇਆ, ਉਸ ਨੂੰ ਸੁਣ ਕੇ ਪੜ੍ਹ ਕੇ ਵੀ ਕੋਈ ਬਹੁਤ ਜ਼ਿਆਦਾ ਹੈਰਾਨੀ ਨਹੀਂ ਹੋਈ। ਉਸ ਤਰੀਕੇ ਦਾ ਪ੍ਰਤੀਕਰਮ ਆਉਣ ਦੀ ਸੰਭਾਵਨਾ ਵੀ ਪਹਿਲਾਂ ਹੀ ਮੌਜੂਦ ਸੀ, ਚਾਹੇ ਉਹ ਪ੍ਰਤੀਕਰਮ ਦੇਣ ਵਾਲੇ ਰੇਡੀਓ ਵਿਰਸਾ ਨੂੰ ਪਿਆਰ ਕਰਨ ਵਾਲੇ ਰੇਡੀਓ ਵਿਰਸਾ ਦੇ ਸਰੋਤੇ ਸਨ ਜਾਂ ਉਹ ਸੰਪਰਦਾਈ ਲੋਕ ਸਨ। ਪਰ ਅੱਜ ਗੱਲ ਕਰਨੀ ਹੈ ਜਾਗਰੂਕਾਂ ਦੇ ਪ੍ਰਤੀਕਰਮ ਦੇ ਸਬੰਧ ਵਿੱਚ, ਜਿਨ੍ਹਾਂ ਦੇ ਵਿੱਚ ਵਰਿੰਦਰ ਸਿੰਘ ਗੋਲਡੀ ਹੈ, ਜਗਮੋਹਨ ਸਿੰਘ ਹੈ, ਬਲਰਾਜ ਸਿੰਘ ਹੈ, ਗੁਰਦੇਵ ਸਿੰਘ ਸੱਧੇਵਾਲੀਆ, ਖਾਲਸਾ ਨਿਊਜ਼ ਤੋਂ ਬਖਸ਼ੀਸ਼ ਸਿੰਘ, ਸਿੰਘਨਾਦ ਰੇਡੀਓ ਤੋਂ ਪ੍ਰਭਦੀਪ ਸਿੰਘ ਅਤੇ ਹੋਰ ਜਾਗਰੂਕ ਪ੍ਰਚਾਰਕ, ਇਹਨਾਂ ਨੇ ਵੀ ਆਪਣੇ ਪ੍ਰਤੀਕਰਮ ਦੇ ਰੂਪ ਦੇ ਵਿੱਚ ਇਸ ਹਮਲੇ ਦੇ ਉੱਤੇ ਖੁਸ਼ੀ ਮਨਾਈ ਹੈ, ਇਸ ਹਮਲੇ ਨੂੰ ਜਾਇਜ਼ ਠਹਿਰਾਇਆ ਹੈ, ਹਮਲਾ ਕਰਨ ਵਾਲਿਆਂ ਨੂੰ ਐਪਰੀਸ਼ੀਏਟ ਕੀਤਾ ਹੈ। ਮੈਂ ਪ੍ਰੋਗਰਾਮ ਸੁਣਿਆ ਜੋ 2 ਕੁ ਦਿਨ ਪਹਿਲਾਂ ਸਿੰਘਨਾਦ ਰੇਡੀਓ ਦੇ ਉੱਤੇ ਬਖਸ਼ੀਸ਼ ਸਿੰਘ ਅਤੇ ਪ੍ਰਭਦੀਪ ਸਿੰਘ ਦੀ ਆਪਸ ਦੇ ਵਿੱਚ ਅੱਧਾ ਪੌਣਾ ਘੰਟਾ ਗੱਲਬਾਤ ਹੋਈ। ਉਸ ਗੱਲਬਾਤ ਦੇ ਵਿੱਚ ਸਭ ਤੋਂ ਵੱਡੀ ਦਲੀਲ ਜਿਹੜੀ ਦਿੱਤੀ ਗਈ ਕਿ ਇਸ ਹਮਲੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਰੀ ਦੀ ਸਾਰੀ ਹਰਨੇਕ ਸਿੰਘ ਦੀ ਭਾਸ਼ਾ ਦੀ ਹੈ, ਉਸ ਦੀ ਬੋਲੀ ਦੀ ਹੈ, ਜਦਕਿ ਸੱਚਾਈ ਇਹ ਨਹੀਂ ਹੈ। ਇਸ ਸਾਰੇ ਹਮਲੇ ਦੇ ਪਿੱਛੇ ਜਿਸ ਦੀ ਜ਼ਿੰਮੇਵਾਰੀ ਹੈ, ਜਿਹੜਾ ਅਸਲੀ ਤੱਤ ਹੈ ਇਹਦੇ ਪਿੱਛੇ, ਜੇ ਉਸ ਨੂੰ ਕੋਈ ਨਾਮ ਦੇਣਾ ਹੋਵੇ ਤੇ ਉਹ ਨਾਮ ਇੱਕੋ ਇੱਕ ਦਿੱਤਾ ਜਾ ਸਕਦਾ ਹੈ, ਧਾਰਮਿਕ ਗੁੰਡਾਗਰਦੀ। ਸੁਣਨ ਦੇ ਵਿੱਚ ਇਹ ਸ਼ਬਦ ਜਿਹੜਾ ਹੈ ਭਾਵੇਂ ਸਾਨੂੰ ਕੋਈ ਬਹੁਤ ਚੰਗਾ ਨਾ ਲੱਗੇ, ਧਾਰਮਿਕ ਜਗਤ ਹੁੰਦਾ ਹੈ, ਧਾਰਮਿਕ ਅਸਥਾਨ ਹੁੰਦਾ ਹੈ, ਧਾਰਮਿਕ ਗੁਰੂ ਹੁੰਦਾ ਹੈ, ਧਾਰਮਿਕ ਗ੍ਰੰਥ ਹੁੰਦਾ ਹੈ, ਪਰ ਧਾਰਮਿਕ ਗੁੰਡਾਗਰਦੀ ਸੁਣਨ ਦੇ ਵਿੱਚ ਇਹ ਸ਼ਬਦ ਭਾਵੇਂ ਸਾਨੂੰ ਬਹੁਤਾ ਚੰਗਾ ਨਾ ਲੱਗੇ, ਪਰ ਸੱਚਾਈ ਇਹੀ ਹੈ। ਇਸ ਸਾਰੇ ਕੁਝ ਦਾ ਜ਼ਿੰਮੇਵਾਰ ਜਿਹੜਾ ਤੱਤ ਹੈ ਉਹ ਇਹੀ ਹੈ ਕਿ ਅਸੀਂ ਧਰਮ ਦੇ ਨਾਮ ਦੇ ਉੱਤੇ ਗੁੰਡਾਗਰਦੀ ਕਰਦੇ ਹਾਂ। ਅਸੀਂ ਆਪਣੀ ਗੁੰਡਾਗਰਦੀ ਨੂੰ ਜਾਇਜ਼ ਠਹਿਰਾਉਣ ਵਾਸਤੇ ਧਰਮ ਦਾ ਨਾਮ ਲੈਂਦੇ ਹਾਂ, ਧਰਮ ਦਾ ਸਹਾਰਾ ਲੈਂਦੇ ਹਾਂ। ਪ੍ਰਭਦੀਪ ਸਿੰਘ ਜੀ, ਬਖਸ਼ੀਸ਼ ਸਿੰਘ ਜੀ, ਮੈਂ ਪੁੱਛਣਾ ਚਾਹੁੰਦਾ ਹਾਂ, ਤੁਸੀਂ ਬਾਰ-ਬਾਰ ਇਹ ਗੱਲ ਆਖੀ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਹਰਨੇਕ ਸਿੰਘ ਦੀ ਆਪਣੀ ਬੋਲੀ ਦੀ ਹੈ, ਉਸ ਦੀ ਆਪਣੀ ਭਾਸ਼ਾ ਦੀ ਹੈ, ਔਰ ਇਸ ਦੇ ਸੰਬੰਧ ਵਿੱਚ ਤੁਸੀਂ ਕਈ ਦਲੀਲਾਂ ਵੀ ਦਿੱਤੀਆਂ, ਇੱਥੋਂ ਤੱਕ ਵੀ ਆਖਿਆ ਕਿ ਮਨੁੱਖ ਦੀ ਜ਼ੁਬਾਨ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ, ਪਰ ਇਹ ਜ਼ੁਬਾਨ ਹੱਡੀਆਂ ਤੁੜਵਾਉਣ ਦਾ ਕੰਮ ਜ਼ਰੂਰ ਕਰ ਦਿੰਦੀ ਹੈ। ਪਰ ਪ੍ਰਭਦੀਪ ਸਿੰਘ ਜੀ, ਤੁਹਾਡੀ ਜ਼ੁਬਾਨ ਤੇ ਬਹੁਤ ਮਿੱਠੀ ਹੈ, ਤੁਸੀਂ ਤੇ ਕਦੇ ਕਿਸੇ ਨੂੰ ਕੋਈ ਗਾਲੀ ਗਲੋਚ ਵਾਲਾ ਸ਼ਬਦ ਨਹੀਂ ਬੋਲਿਆ ਹੋਵੇਗਾ। ਪ੍ਰੋਫੈਸਰ ਦਰਸ਼ਨ ਸਿੰਘ, ਉਹਨਾਂ ਨੇ ਤੇ ਕਦੇ ਕਿਸੇ ਨੂੰ ਮੰਦਾ ਸ਼ਬਦ ਨਹੀਂ ਬੋਲਿਆ ਹੋਵੇਗਾ, ਪਰ ਕੀ ਕਾਰਨ? ਹਮਲਾ ਤੇ ਤੁਹਾਡੇ ਤੇ ਵੀ ਹੋਇਆ ਤੇ ਤੁਸੀਂ ਅੱਜ ਤੱਕ ਕਲੇਮ ਕਰਦੇ ਹੋ ਕਿ ਸਾਡੇ ਉੱਤੇ ਬੰਬ ਦੇ ਨਾਲ ਹਮਲਾ ਕੀਤਾ ਗਿਆ। ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਬੰਬ ਦੇ ਨਾਲ ਹਮਲਾ ਪੰਜਾਬ ਦੇ CM ਦੇ ਉੱਤੇ ਹੋਇਆ ਸੀ, ਬੇਅੰਤ ਸਿੰਘ ਦੇ ਉੱਤੇ ਹੋਇਆ ਸੀ, ਅਕਾਲ ਤਖਤ ਦੇ ਉੱਤੇ ਬੰਬ ਚੱਲੇ ਸਨ, ਤੇ ਤੁਸੀਂ ਜਦੋਂ ਉਸ ਹਮਲੇ ਦਾ ਜ਼ਿਕਰ ਕਰਦੇ ਹੋ ਤੁਸੀਂ ਕਹਿੰਦੇ ਹੋ ਸਾਡੇ ਤੇ ਬੰਬ ਸੁੱਟਿਆ ਗਿਆ। ਤੁਹਾਡੀ ਤੇ ਜ਼ੁਬਾਨ ਬੜੀ ਸੁਲਝੀ ਹੋਈ ਸੀ, ਬੋਲੀ ਬੜੀ ਮਿੱਠੀ ਸੀ, ਫਿਰ ਵੀ ਤੁਹਾਡੇ ਉੱਤੇ ਹਮਲਾ ਕਿਉਂ ਹੋਇਆ?
ਪ੍ਰੋਫੈਸਰ ਸਰਬਜੀਤ ਸਿੰਘ ਜੀ ਧੁੰਦਾ, ਕਿੰਨੀ ਵਾਰੀ ਉਹਨਾਂ ਦੇ ਉੱਤੇ ਹਮਲੇ ਹੋਏ। ਉਹਨਾਂ ਦੀ ਬੋਲੀ ਤੇ ਕੋਈ ਇਹੋ ਜਿਹੀ ਨਹੀਂ ਜਿਸ ਤਰੀਕੇ ਦੀ ਬੋਲੀ ਦਾ ਜ਼ਿਕਰ ਤੁਸੀਂ ਭਾਈ ਹਰਨੇਕ ਸਿੰਘ ਦੇ ਸੰਬੰਧ ਦੇ ਵਿੱਚ ਕਰਦੇ ਹੋ। ਪੰਥਪ੍ਰੀਤ ਸਿੰਘ, ਉਹਨਾਂ ਦੇ ਉੱਤੇ ਹਮਲੇ ਹੋਏ। ਉਹਨਾਂ ਨੇ ਤਾਂ ਕਦੇ ਕਿਸੇ ਨੂੰ ਗਾਲੀ ਗਲੋਚ ਨਹੀਂ ਕੀਤਾ, ਉਹਨਾਂ ਨੇ ਤਾਂ ਕਦੇ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਿਆ। ਤੁਹਾਡੇ ਮੁਤਾਬਕ ਭਾਈ ਰਣਜੀਤ ਸਿੰਘ, ਉਹਨਾਂ ਨੇ ਤਾਂ ਕਦੇ ਇਹ ਗਾਲੀ ਗਲੋਚ ਵਾਲੇ ਸ਼ਬਦ ਜਿਹੜੇ ਹਨ ਆਪਣੇ ਦੀਵਾਨਾਂ ਦੇ ਵਿੱਚ ਨਹੀਂ ਬੋਲੇ, ਪਰ ਉਹਨਾਂ ਦੇ ਉੱਤੇ ਵੀ ਹਮਲੇ ਹੋਏ ਔਰ ਨਿਰੰਤਰ ਲਗਾਤਾਰ ਇਹ ਹਮਲੇ ਹੋ ਰਹੇ ਹਨ। ਕਿਸੇ ਵੀ ਮੁਲਕ ਦੇ ਵਿੱਚ ਆਵਣ, ਕੈਨੇਡਾ ਆਵਣ, ਅਮਰੀਕਾ ਆਵਣ, ਆਸਟ੍ਰੇਲੀਆ ਆਵਣ, ਹਰੇਕ ਜਗ੍ਹਾ ਦੇ ਉੱਤੇ ਉਹਨਾਂ ਦੇ ਉੱਤੇ ਹਮਲੇ ਕਰਨ ਦੇ ਯਤਨ ਕੀਤੇ ਜਾਂਦੇ ਹਨ। ਇਸ ਸਾਰੇ ਕੁਝ ਦੇ ਪਿੱਛੇ ਕਾਰਨ ਇੱਕੋ ਇੱਕ ਹੈ, ਧਾਰਮਿਕ ਗੁੰਡਾਗਰਦੀ। ਆਪਣੀ ਗੁੰਡਾਗਰਦੀ ਨੂੰ ਧਰਮ ਦਾ ਲਿਬਾਸ ਪਹਿਨਾ ਕੇ ਉਸ ਨੂੰ ਜਾਇਜ਼ ਠਹਿਰਾਉਣਾ। ਜਿਸ ਧਾਰਮਿਕ ਗੁੰਡਾਗਰਦੀ ਦੇ ਤੁਸੀਂ ਸਾਰੇ ਜਾਗਰੂਕ ਜਿਤਨੇ ਹੋ, ਸਾਰੇ ਦੇ ਸਾਰੇ ਇਸ ਗੁੰਡਾਗਰਦੀ ਦੇ ਵਿਕਟਮ ਰਹਿ ਚੁੱਕੇ ਹੋ। ਪਰ ਅੱਜ ਉਸੇ ਧਾਰਮਿਕ ਗੁੰਡਾਗਰਦੀ ਦੇ ਸਬੰਧ ਦੇ ਵਿੱਚ ਤੁਸੀਂ ਵਿਕਟਮ ਬਲੇਮਿੰਗ ਵਾਲੀ ਗੇਮ ਜਿਹੜੀ ਹੈ ਉਹ ਖੇਡ ਰਹੇ ਹੋ। ਕਿਉਂਕਿ ਸਾਡੇ ਲੋਕਾਂ ਦਾ ਸੁਭਾਅ ਕੁਝ ਇਹੋ ਜਿਹਾ ਹੈ, ਸਾਡੇ ਤੇ ਜੇ ਕਿਧਰੇ ਕਿਸੇ ਦਾ ਰੇਪ ਵੀ ਹੋ ਜਾਵੇ ਤੇ ਬਲਾਤਕਾਰੀ ਵੱਲ ਨੂੰ ਉਂਗਲ ਕਰਨ ਤੋਂ ਪਹਿਲਾਂ ਜਿਹੜਾ ਅਸੀਂ ਬਲੇਮ ਲਗਾਉਣਾ ਸ਼ੁਰੂ ਕਰਦੇ ਹਾਂ ਉਸ ਦਾ ਜਿਸ ਦਾ ਬਲਾਤਕਾਰ ਹੋਇਆ ਹੋਵੇ, ਕਿ ਇਹ ਅੱਧੀ ਰਾਤ ਵੇਲੇ ਘਰ ਤੋਂ ਬਾਹਰ ਕਿਉਂ ਗਈ, ਇਸਨੇ ਇਹੋ ਜਿਹੇ ਕੱਪੜੇ ਕਿਉਂ ਪਾਏ, ਇਹਦੇ ਪਿੱਛੇ ਗਲਤੀ ਜਿਹੜੀ ਹੈ ਇਸ ਦੀ ਹੀ ਹੋਵੇਗੀ। ਇਸੇ ਤਰੀਕੇ ਦੀ ਵਿਕਟਮ ਬਲੇਮਿੰਗ ਦੀ ਗੇਮ ਜਿਹੜੀ ਹੈ ਇਸ ਵੇਲੇ ਤੁਸੀਂ ਆਪ ਖੇਡ ਰਹੇ ਹੋ। ਹਰਨੇਕ ਸਿੰਘ ਨੇ ਗੱਲਾਂ ਕੀਤੀਆਂ, ਰਿਸਕ ਲੈ ਕੇ ਕੀਤੀਆਂ ਔਰ ਉਹਨਾਂ ਗੱਲਾਂ ਦੀ ਕੀਮਤ ਹਰਨੇਕ ਸਿੰਘ ਨੇ ਤਾਰੀ ਹੈ ਔਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਵੀ ਉਸ ਨੂੰ ਤਾਰਨੀ ਪਵੇ। ਪਰ ਤੁਸੀਂ ਜਰਾ ਕੁ ਸੋਚ ਕੇ ਦੱਸਿਓ, ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਉੱਤੇ ਇੰਨੇ ਹਮਲੇ ਹੋਏ ਹਨ, ਪਰ ਉਹਨਾਂ ਹਮਲਿਆਂ ਦੀ ਕੀਮਤ ਜਿਹੜੀ ਹੈ ਉਹ ਕਿਸ ਨੂੰ ਚੁਕਾਉਣੀ ਪਈ। ਪ੍ਰੋਫੈਸਰ ਸਾਹਿਬ ਜੀ ਦੇ ਸਰੀਰ ਦੇ ਉੱਤੇ ਤੇ ਸ਼ਾਇਦ ਕੋਈ ਅਜੇ ਤੱਕ ਝਰੀਟ ਵੀ ਨਾ ਆਈ ਹੋਈ ਹੋਵੇ, ਸਿਰ ਲੋਕਾਂ ਦੇ ਪਾਟੇ, ਕੀਮਤ ਲੋਕਾਂ ਨੇ ਚੁਕਾਈ। ਇੱਥੇ ਸਿੱਖ ਲਹਿਰ ਗੁਰਦੁਆਰੇ ਵਿਖੇ ਜਦੋਂ ਹਮਲਾ ਹੋਇਆ ਸੀ, ਸਿਰ ਪ੍ਰਬੰਧਕਾਂ ਦੇ ਪਾਟੇ ਸਨ। ਪ੍ਰੋਫੈਸਰ ਸਾਹਿਬ ਤੇ ਗੁਰਦੁਆਰੇ ਤੋਂ 2-2.5 ਮੀਲ ਦੂਰ ਆਪਣੇ ਘਰ ਦੇ ਵਿੱਚ ਹੀ ਬੈਠੇ ਰਹੇ ਸਨ, ਗੁਰਦੁਆਰੇ ਵੀ ਨਹੀਂ ਸਨ ਪੜ੍ਹੇ। ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਦੇ ਉੱਤੇ ਜਿਹੜੇ ਹਮਲੇ ਹੋਏ ਨੇ ਉਹਦੇ ਵਿੱਚ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਦੇ ਸਰੀਰ ਦੇ ਉੱਤੇ ਕੋਈ ਝਰੀਟ ਨਹੀਂ ਆਈ, ਲੋਕਾਂ ਦੀਆਂ ਪੱਗਾਂ ਲੱਥੀਆਂ ਹੋਣਗੀਆਂ। ਭਾਈ ਪੰਥਪ੍ਰੀਤ ਸਿੰਘ ਜੀ ਦੇ ਉੱਤੇ ਜਿਹੜੇ ਹਮਲੇ ਹੋਏ ਨੇ ਉਹਦੇ ਵਿੱਚ ਜਿਹੜਾ ਨੁਕਸਾਨ ਹੋਇਆ ਹੈ ਉਹ ਲੋਕਾਂ ਦਾ ਹੋਇਆ ਹੈ। ਪੰਥਪ੍ਰੀਤ ਸਿੰਘ ਦਾ, ਸਾਡੇ ਜਾਗਰੂਕ ਪ੍ਰਚਾਰਕਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਮੋਰਚਾ ਜਿਹੜਾ ਹੈ ਉਹ ਸਾਡੇ ਪ੍ਰਚਾਰਕਾਂ ਨੇ ਲਗਾਇਆ ਸੀ ਬਰਗਾੜੀ ਵਿਖੇ, ਪਰ ਉਹਦੀ ਕੀਮਤ ਜਿਹੜੀ ਆ ਉਹ ਕਿਸ ਨੂੰ ਚੁਕਾਉਣੀ ਪਈ। ਪੁੱਤ ਜਿਹੜੇ ਸਨ ਉਹ ਲੋਕਾਂ ਦੇ ਮਰੇ ਸਨ, ਉੱਥੇ ਜਾਗਰੂਕ ਪ੍ਰਚਾਰਕਾਂ ਦਾ ਕੁਝ ਨਹੀਂ ਗਿਆ। ਹਰਨੇਕ ਸਿੰਘ ਨੇ ਜੇਕਰ ਗੱਲਾਂ ਕੀਤੀਆਂ ਨੇ, ਉਹਨਾਂ ਗੱਲਾਂ ਦੀ ਕੀਮਤ ਉਸਨੇ ਖੁਦ ਆਪ ਤਾਰੀ ਹੈ ਔਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਅੰਦਰ ਉਹ ਹੋਰ ਵੀ ਜ਼ਿਆਦਾ ਇਸ ਦੀ ਕੀਮਤ ਤਾਰੇ। ਪਰ ਉਸ ਹਮਲੇ ਨੂੰ ਅਸੀਂ ਜਾਇਜ਼ ਜਿਹੜਾ ਹੈ ਉਹ ਇਸ ਵਾਸਤੇ ਠਹਿਰਾ ਰਹੇ ਹਾਂ, ਜਾਗਰੂਕ ਖਾਸ ਕਰਕੇ, ਕਿਉਂਕਿ ਹਰਨੇਕ ਸਿੰਘ ਨੇ ਜਿੱਥੇ ਦਸਮ ਗ੍ਰੰਥ ਦੀ ਗੱਲ ਕੀਤੀ ਆ, ਜਿੱਥੇ ਸੂਰਜ ਪ੍ਰਕਾਸ਼ ਦੀ ਗੱਲ ਕੀਤੀ ਆ, ਗੁਰਬਿਲਾਸ ਪਾਤਸ਼ਾਹ 6ਵੀਂ 10ਵੀਂ ਦੀ ਗੱਲ ਕੀਤੀ ਹੈ, ਗੁਰਮਤਿ ਵਿਰੋਧੀ ਲਿਖਤਾਂ ਦੀ ਗੱਲ ਕੀਤੀ ਹੈ, ਡੇਰੇਦਾਰਾਂ ਦੀ ਗੱਲ ਕੀਤੀ ਹੈ, ਸੰਪਰਦਾਈ ਲੋਕਾਂ ਦੀ ਗੱਲ ਕੀਤੀ ਹੈ, ਉੱਥੇ ਨਾਲ ਦੀ ਨਾਲ ਉਸਨੇ ਸਾਡੇ ਵਰਗੇ ਦੋਗਲੇ ਪ੍ਰਚਾਰਕਾਂ ਦਾ ਚਿਹਰਾ ਜਿਹੜਾ ਹੈ ਉਹ ਵੀ ਲੋਕਾਂ ਦੇ ਸਾਹਮਣੇ ਨੰਗਾ ਕੀਤਾ ਹੈ। ਸਾਡਾ ਗੁੱਸਾ ਸਿਰਫ ਇਸ ਗੱਲ ਦੇ ਨਾਲ ਹੈ, ਸਾਡੀ ਨਾਰਾਜ਼ਗੀ, ਸਾਡੀ ਨਫ਼ਰਤ, ਸਾਡੀ ਈਰਖਾ ਸਿਰਫ ਇਸ ਵਾਸਤੇ ਹੈ ਕਿ ਉਹ ਬਾਕੀ ਗੁਰਮਤਿ ਵਿਰੋਧੀ ਲਿਖਤਾਂ ਦੀਆਂ ਗੱਲਾਂ ਤੇ ਕਰੇ, ਪਰ ਸਾਡਾ ਜਿਹੜਾ ਦੋਗਲਾ ਚਿਹਰਾ ਹੈ ਉਹ ਸਮਾਜ ਦੇ ਸਾਹਮਣੇ ਕਿਉਂ ਰੱਖਦਾ ਪਿਆ ਹੈ। ਹਰਨੇਕ ਸਿੰਘ ਦੇ ਉੱਤੇ ਹੋਏ ਹਮਲੇ ਨੂੰ ਜਾਇਜ਼ ਠਹਿਰਾਉਣ ਦਾ ਤੁਹਾਡਾ ਇੱਕੋ ਇੱਕ ਕਾਰਨ ਕੇਵਲ ਤੇ ਕੇਵਲ ਇਹੀ ਹੈ। ਪਰ ਹੁਣ ਤੁਸੀਂ
जितने भी जाने हो सारे जने जोर लगा के देख लियो। हरनेक सिंह दे कद दे अगे तुसी सारे दे सारे हुण बौणे प्रतीत होवोगे। तुहाडे अंदर ये हीन भावना है और उस हीन भावना दे विच तुसी संप्रदायी लोकां दे नालों भी ज्यादा गर्क चुके हो। संप्रदायी लोकां ने विरोधता की। हरनेक सिंह दियां फोटोआं एडिट कीतियां, उन्हां दे परिवार दियां, उन्हां दे बच्चियां दियां, उन्हां दे घर दियां जनानियां दियां फोटोआं जड़ियां ने एडिट कीतियां। पर तुसी की कीता? अपने आप नूं सभ्यक अखवाउण वालियां ने तुसी हरनेक सिंह दियां स्टेटमेंटां एडिट कीतियां। 10-10 सैकंड दी, 20-20 सैकंड दी, 40-40 सैकंड दी उन्हां दी स्टेटमेंट लैके संदर्भ दे नाल तोड़ के उन्होंने लोकां दे सामने पेश किया। प्रभदीप सिंह जी, मैं सुनिया तुहाडा प्रोग्राम, जिन्ने भी तुसी उहदे विच इल्जाम लगा रहे सी हरनेक सिंह दियां कीतियां होईयां गल्लां दे संबंध दे विच हरेक गल दा जवाब दिता जा सकदा है। लोड़ पैण दे उत्ते देवांगे भी। पर मैनूं नहीं लगदा कि तुसी इन्ने ज्यादा बद दिमाग होवोगे कि तुहानूं हरनेक सिंह दीयां गल्लां समझ दे विच ना आईयां होईयां होवण। तुसी पढ़े लिखे हो, तुसी एडे बद दिमाग नहीं कि तुहानूं वो गल्लां समझ विच ना पईयां होईयां होवण। तुसी बेईमान हो। तुसी उन्हां गल्लां नूं संदर्भ दे नाल तोड़ मरोड़ के जिहड़ा है वो लोकां दे सामने पेश कीता। एक ही उदाहरण मैं दे दिना। तुसी इस गल का जिक्र किया कि हरनेक सिंह कहता कि गुरबाणी बैन कर दिओ। किस संदर्भ दे विच वो गल होई सी कि उसका जिक्र किया? तुसी की तुहानूं पता नहीं कि किस संदर्भ दे विच वो गल होई? और जिस संदर्भ दे विच वो गल की गई उस संदर्भ अनुसार वाकया ही गुरबाणी की जिस तरीके दे नाल असी प्रचारक लोग वरतों कर रहे हाँ, गुरबाणी की वरतों जिहड़ी है इहदे उत्ते पाबंदी लगनी चाहिए है, बैन होनी चाहिए है। असी गुरबाणी याद करके गुरबाणी के प्रमाण दे दे के लोगों को बौरे कर दिता, कमले कर दिता। असी गुरबाणी सुना सुना के ते लोगों को सियाणे करना सी, असी लोगों को कमले कर दिता। असी प्रचारक ने जिन्हां ने गुरबाणी नूं पढ़िया सी, जिन्हां ने गुरबाणी नूं याद किया सी। हरेक बंदा अपनी गल कहण वास्ते गुरबाणी के हवाले दे रहा ते सुनने वाला बौरा जिहा हो जाता कि किहदी गल मन्ना। जिहड़ी मैं अज वीडियो बना रहा हाँ, चाहे 15 मिनट की होवे, 20 मिनट की होवे, कि तुहानूं लगदा कि इस 15-20 मिनट की वीडियो दे विच मैं गुरबाणी के हवाले नहीं सी दे सकदा? मैनूं गुरबाणी याद नहीं, मैनूं गुरबाणी के प्रमाण देने नहीं आउंदे। इन्नी वीडियो दे विच हो सकदा 15-20 गुरबाणी दी पंक्तियां मैं भी सुना दिंदा, पर उसका फायदा की हुंदा? गल ते मैं अपनी करनी आ। हरनेक सिंह दे उत्ते हमला होया है, जे मैं अपना पक्ष रखना होवे मैं भी गुरबाणी के हवाले दे देंगा। कि मैं नहीं हवाले दे सकदा कि जिसके सिर ऊपर तू स्वामी सो दुख कैसा पावे। इस हमले का जिक्र करदे होया कि मैं नहीं कह सकदा कि प्रभ भावै बिन सास ते रखै, ताती वाव न लग गई पार ब्रह्म शरण आई। किन्ने प्रमाण गुरबाणी दे विच मैं भी दे सकदा। संप्रदाय लोगों को भी दस देना चाहना, 10वें ग्रंथ के प्रमाण भी सानू देने आउंदे ने, जफरनामे के प्रमाण भी सानू देने आउंदे ने कि जे रब सिर दे उत्ते होवे दुश्मन कुछ भी नहीं बिगाड़ सकता। पर होएगा कि उहदे नाल जिहड़ा मैनू सुनेगा वह आखेगा कि इन्हें गुरबाणी अनुसार इसका पक्ष पेश किया। पर जदों इसे हमले का दूसरा पक्ष संप्रदायी लोगों ने पेश करना है, उन्होंने भी गुरबाणी दी पंक्तियां सुनानी ने। कल तुहाडे प्रोग्राम दे विच भी एक सज्जन ने गुरबाणी दी पंक्तियां सुना के गया सी कि जयकार की ओ धर्मिया का पापी को दंड दियोए। जदों गुंडियां ने अपनी गुंडागर्दी नूं धर्म का लिबास पहनाउणा आ, उन्होंने भी गुरबाणी दी पंक्तियां सुनाउणियां ने उत्थे। और इदां अज तक हुंदा आया। जदों प्रोफैसर दर्शन सिंह दे उत्ते हमले होए, सरबजीत सिंह धुंदे दे उत्ते हमले होए, पंथप्रीत सिंह दे उत्ते हमले होए, उन्हां गुंडियां ने
ਆਪਣੀ ਗੁੰਡਾਗਰਦੀ ਨੂੰ ਗੁਰਬਾਣੀ ਦੀਆਂ ਪੰਕਤੀਆਂ ਸੁਣਾ ਕੇ ਉਹਨਾਂ ਨੇ ਜਸਟੀਫਾਈ ਕੀਤਾ। ਉਹ ਤੇ ਆਪਣੀਆਂ ਕੱਢੀਆਂ ਹੋਈਆਂ ਗਾਲਾਂ ਨੂੰ ਵੀ ਗੁਰਦੁਆਰਾ ਲਈ ਗਈ ਸੇਵਾ ਦੱਸਦੇ ਆ। ਇਸ ਸੰਦਰਭ ਦੇ ਵਿੱਚ ਆਖਿਆ ਗਿਆ ਸੀ ਕਿ ਗੁਰਬਾਣੀ ਦੀਆਂ ਪੰਕਤੀਆਂ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਕੋਈ ਆਪਣੀ ਗੱਲ ਕਹਿਣੀ ਹੈ ਆਪਣੇ ਸ਼ਬਦਾਂ ਦੇ ਵਿੱਚ ਕਵੇ, ਆਪਣੀ ਬੋਲੀ ਦੇ ਵਿੱਚ ਕਵੇ। ਨਹੀਂ ਤੇ ਇਸ ਘਟਨਾ ਨੂੰ ਇੱਕ ਬੰਦਾ ਮੇਰੇ ਕੋਲੋਂ ਸੁਣ ਕੇ ਜਾਵੇਗਾ, ਮੈਂ ਵੀ ਗੁਰਬਾਣੀ ਦੀਆਂ ਪੰਕਤੀਆਂ ਸੁਣਾ ਦਿਆਂਗਾ ਨਾਲ। ਸੰਪਰਦਾਈ ਲੋਕਾਂ ਦਾ ਪੱਖ ਸੁਣੇਗਾ, ਉਹਨਾਂ ਨੇ ਵੀ ਗੁਰਬਾਣੀ ਦੀਆਂ ਪੰਕਤੀਆਂ ਸੁਣਾ ਦੇਣੀਆਂ। ਤੇ ਸੁਣਨ ਵਾਲਾ ਕੀ ਤੁਹਾਨੂੰ ਲੱਗਦਾ ਕਿ ਬਹੁਤ ਸਮਝਦਾਰ ਬਣ ਕੇ ਜਾਏਗਾ? ਇੱਥੋਂ ਬੌਰਾ ਜਿਹਾ ਹੋ ਜਾਣਾ, ਝੱਲਾ ਜਿਹਾ ਹੋ ਜਾਣਾ ਵੀ ਸੰਪਰਦਾਇ ਨੂੰ ਗੁਰੂ ਸਾਹਿਬ ਕੁਝ ਹੋਰ ਆਖੀ ਜਾ ਰਹੇ ਆ, ਇਹਨਾਂ ਨੂੰ ਗੁਰੂ ਸਾਹਿਬ ਕੁਝ ਹੋਰ ਆਖੀ ਜਾ ਰਹੇ ਆ। ਇਸ ਸੰਦਰਭ ਦੇ ਵਿੱਚ ਗੱਲ ਆਖੀ ਗਈ ਸੀ ਕਿ ਗੁਰਬਾਣੀ ਦੀਆਂ ਪੰਕਤੀਆਂ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਅਸੀਂ ਗੱਲ ਆਪਣੀ ਕਰਦੇ ਹਾਂ, ਆਪਣੀ ਸੋਚ ਜਿਹੜੀ ਆ ਲੋਕਾਂ ਦੇ ਉੱਤੇ ਥੋਪਦੇ ਹਾਂ, ਪਰ ਆਪਣੀ ਸੋਚ ਲੋਕਾਂ ਦੇ ਉੱਤੇ ਥੋਪਣ ਵਾਸਤੇ ਅਸੀਂ ਗੁਰਬਾਣੀ ਦਾ ਸਹਾਰਾ ਲੈਂਦੇ ਹਾਂ ਕਿ ਗੁਰੂ ਸਾਹਿਬ ਨੇ ਇਹ ਗੱਲ ਆਖੀ ਆ। ਤੇ ਅਸੀਂ ਸਾਬਤ ਇਹ ਕਰਦੇ ਹਾਂ, ਅਸੀਂ ਤੇ ਇਹ ਪੱਕੇ ਸਿੱਖ ਆ, ਅਸੀਂ ਤੇ ਗੁਰਬਾਣੀ ਦੇ ਦਾਇਰੇ ਤੋਂ ਬਾਹਰ ਜਾਂਦੇ ਹੀ ਨਹੀਂ, ਜਦ ਕਿ ਸਾਡੀ ਬੇਈਮਾਨੀ ਹੈ। ਮੈਂ ਫਿਰ ਆਖਾਂ, ਤੁਸੀਂ ਬਦ ਦਿਮਾਗ ਨਹੀਂ ਕਿ ਜਿਹੜੀਆਂ ਗੱਲਾਂ ਹਰਨੇਕ ਸਿੰਘ ਨੇ ਕੀਤੀਆਂ ਤੁਹਾਡੀ ਸਮਝ ਦੇ ਵਿੱਚ ਨਾ ਪਈਆਂ ਹੋਈਆਂ ਹੋਵਣ। ਤੁਸੀਂ ਬੇਈਮਾਨ ਲੋਕ ਹੋ। ਸੰਪਰਦਾਈ ਲੋਕਾਂ ਨੇ ਫੋਟੋਆਂ ਐਡਿਟ ਕੀਤੀਆਂ, ਤੁਸਾਂ ਨੇ ਰੇਡੀਓ ਵਿਰਸਾ ਤੋਂ ਦਿੱਤੀਆਂ ਹੋਈਆਂ ਸਟੇਟਮੈਂਟਾਂ ਜਿਹੜੀਆਂ ਨੇ ਉਹਨਾਂ ਨੂੰ ਐਡਿਟ ਕੀਤਾ। ਚਲੋ ਮੈਂ ਵੀਡੀਓ ਨੂੰ ਜ਼ਿਆਦਾ ਲੰਬੀ ਨਾ ਕਰਾਂ, ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਹੋਰ ਸਵਾਲਾਂ ਦੇ ਜਵਾਬ ਵੀ ਦੇਵਾਂਗੇ। ਇਸ ਵਾਸਤੇ ਨਹੀਂ ਵੀ ਤੁਹਾਨੂੰ ਉਹਨਾਂ ਸਵਾਲਾਂ ਦੀ ਸਮਝ ਨਹੀਂ ਲੱਗੀ, ਬਲਕਿ ਇਸ ਵਾਸਤੇ ਕਿ ਇਸੇ ਬਹਾਨੇ ਦੇ ਨਾਲ ਅਸੀਂ ਆਪਣੀ ਆਖੀ ਹੋਈ ਗੱਲ ਨੂੰ ਹੋਰ ਵੀ ਜ਼ਿਆਦਾ ਲੋਕਾਂ ਤੱਕ ਹੋਰ ਵੀ ਵਧੀਆ ਤਰੀਕੇ ਦੇ ਨਾਲ ਪਹੁੰਚਾ ਸਕਾਂਗੇ। ਪਰ ਤੁਸੀਂ ਜਿਤਨੇ ਜਾਣੇ ਵੀ ਹੋ, ਜਿਤਨੇ ਵੀ ਹੋ, ਜਾਗਰੂਕ ਹੋ, ਮਿਸ਼ਨਰੀ ਹੋ, ਸੰਪਰਦਾਈ ਹੋ, ਜਿੰਨੇ ਵੀ ਜਾਣੇ ਹੋ, ਤੁਸੀਂ ਇੱਕ ਗੱਲ ਜ਼ਰੂਰ ਯਾਦ ਰੱਖਿਓ, ਕਿਉਂਕਿ ਅਜੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਕੁਝ ਹੋਣਾ। ਉਹ ਜਿਨ੍ਹਾਂ ਲੋਕਾਂ ਨੇ ਹਮਲਾ ਕੀਤਾ ਅਜੇ ਤੇ ਉਹਨਾਂ ਨੇ ਸਾਹਮਣੇ ਆਉਣਾ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਅਕਾਲ ਤਖਤ ਤੋਂ ਸਨਮਾਨਿਤ ਵੀ ਕੀਤਾ ਜਾਵੇ। ਹੋ ਸਕਦਾ ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਸਰੋਪੇ ਵੀ ਦਿੱਤੇ ਜਾਵਣ, ਉਹਨਾਂ ਵਾਸਤੇ ਉਗਰਾਹੀਆਂ ਵੀ ਕੀਤੀਆਂ ਜਾਵਣ, ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾਵਣ। ਉਹਦੇ ਵਿੱਚ ਤੁਸੀਂ ਸਾਰਿਆਂ ਜਾਣਿਆਂ ਨੇ ਸ਼ਾਮਲ ਹੋਣਾ। ਪਰ ਇੱਕ ਗੱਲ ਯਾਦ ਰੱਖਿਓ, ਜਿੰਨਾ ਮਰਜ਼ੀ ਜ਼ੋਰ ਲਗਾ ਲਿਓ, ਤੁਹਾਨੂੰ ਖੁਸ਼ੀ ਨਹੀਂ ਮਿਲਣੀ, ਤੁਹਾਡੀ ਤਸੱਲੀ ਨਹੀਂ ਹੋਣੀ, ਕਿਉਂਕਿ ਤੁਹਾਡੀ ਤਸੱਲੀ ਜਿਹੜੀ ਹੈ ਉਹ ਹਰਨੇਕ ਸਿੰਘ ਨੂੰ ਦੁਖੀ ਕਰਨ ਦੇ ਵਿੱਚ ਆ। ਤੇ ਤੁਸੀਂ ਜਿਤਨਾ ਮਰਜ਼ੀ ਜ਼ੋਰ ਲਗਾ ਕੇ ਦੇਖ ਲਿਓ, ਤੁਸੀਂ ਹਰਨੇਕ ਸਿੰਘ ਨੂੰ ਦੁਖੀ ਨਹੀਂ ਕਰ ਸਕੋਗੇ। ਔਰ ਜਿਤਨੀ ਦੇਰ ਤੱਕ ਉਹ ਬੰਦਾ ਦੁਖੀ ਨਹੀਂ ਹੁੰਦਾ, ਉਨੀ ਦੇਰ ਤੱਕ ਤੁਹਾਨੂੰ ਚੈਨ ਨਹੀਂ ਆਉਣਾ, ਉਨੀ ਦੇਰ ਤੱਕ ਤੁਹਾਨੂੰ ਖੁਸ਼ੀ ਨਹੀਂ ਮਿਲਣੀ। ਤੁਸੀਂ ਸਾਰੀ ਜ਼ਿੰਦਗੀ ਉਸ ਖੁਸ਼ੀ ਵਾਸਤੇ ਤੁਸੀਂ ਤਰਸਦੇ ਰਹਿਣਾ ਹੈ। ਹਰਨੇਕ ਸਿੰਘ ਨੂੰ ਚੁਕਾਉਣ ਦੀ ਖੁਸ਼ੀ, ਉਹ ਤੁਹਾਨੂੰ ਖੁਸ਼ੀ ਸਾਰੀ ਜ਼ਿੰਦਗੀ ਦੇ ਵਿੱਚ ਜਿਹੜੀ ਹੈ ਉਹ ਕਦੇ ਨਸੀਬ ਨਹੀਂ ਹੋਣੀ। ਤੇ ਜਾਂਦਿਆਂ ਜਾਂਦਿਆਂ ਇੱਕ ਗੱਲ ਮੈਂ ਉਹਨਾਂ ਇਤਿਹਾਸਕਾਰਾਂ ਨੂੰ ਵੀ ਕਹਿਣੀ ਚਾਹੁੰਦਾ ਹਾਂ, ਜਿਹੜੇ ਜਦੋਂ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾਉਂਦੇ ਨੇ ਨਾ, ਤੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਉੱਤੇ ਜਿਹੜੇ ਫੱਟ ਲੱਗੇ ਨੇ ਉਹਨਾਂ ਦੀ ਗਿਣਤੀ ਦੱਸਦੇ ਨੇ ਕਿ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਦੇ ਉੱਤੇ ਕੋਈ ਕਹਿੰਦਾ 300 ਫੁੱਟ ਲੱਗਾ, ਕੋਈ ਕਹਿੰਦਾ 400 ਫੁੱਟ ਲੱਗਾ, ਕੋਈ ਕਹਿੰਦਾ 700 ਫੁੱਟ ਲੱਗਾ। ਉਹ ਵੱਖੋ ਵੱਖਰੇ ਅੰਦਾਜ਼ੇ ਲਗਾ ਲਗਾ ਕੇ ਤੁਸੀਂ ਦੱਸਦੇ ਹੋ। ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਹੁਣ ਇੱਕ ਵਾਰੀ ਨਿਊਜ਼ੀਲੈਂਡ ਜਾ ਕੇ ਉਸ ਹਸਪਤਾਲ ਦੇ ਵਿੱਚੋਂ ਜਾ ਕੇ ਹਰਨੇਕ ਸਿੰਘ ਦੀ ਰਿਪੋਰਟ ਪੜ੍ਹ ਲਿਓ ਕਿ ਹਰਨੇਕ ਸਿੰਘ ਦੇ ਸਰੀਰ ਦੇ ਉੱਤੇ ਕਿੰਨੇ ਫੱਟ ਲੱਗੇ ਸਨ। ਕਿਉਂਕਿ ਆਉਣ ਵਾਲੇ ਸਮੇਂ ਦੇ ਅੰਦਰ ਤੁਸੀਂ ਲਿਖਣਾ ਹੈ ਨਾ ਸਾਰਾ ਕੁਝ। ਬੇਸ਼ੱਕ ਤੁਸੀਂ ਤੇ ਇਸ ਪੱਖ ਤੋਂ ਲਿਖਣਾ ਕਿ ਹਰਨੇਕ ਸਿੰਘ ਨੂੰ ਖਾਲਸੇ ਨੇ ਇਸ ਤਰੀਕੇ ਦੇ ਨਾਲ ਵੱਢਿਆ, ਇੰਨੇ ਜ਼ਖਮ ਲਗਾਏ, ਪਰ ਅਸੀਂ ਵੀ ਉਸ ਟੀਮ ਦੇ ਮੈਂਬਰ ਹਾਂ। ਅਸੀਂ ਵੀ ਫਖਰ ਕਰਾਂਗੇ, ਅਸੀਂ ਵੀ ਮਾਣ ਕਰਾਂਗੇ ਕਿ ਅਸੀਂ ਉਸ ਟੀਮ ਦੇ ਵਿੱਚ ਸੀ ਜਿਸ ਟੀਮ ਦੇ ਆਗੂ ਨੇ ਆਪਣੇ ਤਨ ਦੇ ਉੱਤੇ ਇੰਨੇ ਫੱਟ ਜਿਹੜੇ ਸਨ ਉਹ ਖਾਦੇ ਸਨ, ਪਰ ਇੰਨੇ ਫੱਟ ਖਾ ਕੇ ਵੀ ਉਹ ਬੰਦਾ ਜਿਹੜਾ ਸੀ ਉਹਨੂੰ ਤੁਸੀਂ ਦੁਖੀ ਨਹੀਂ ਸੀ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।